ਉਹ ਮੈਂ ਆਖਿਆ ਕਿ ਯਾਰ ਇੱਥੇ ਤੇ ਲੋਕੀ ਸਾਰੇ ਖਾਣਾ ਜਿਹੜਾ ਨਾ ਹੱਥਾਂ ਨਾਲ ਖਾਂਦੇ ਨੇ ਪਏ ਤੇ ਚਮਚ ਦੀ ਤਾਂ ਗੱਲ ਹੀ ਨਹੀਂ ਹੋਈ ਤੇ ਨਾ ਚਮਚ ਇੱਥੇ ਲੋਕੀ ਲੈਂਦੇ ਨੇ। ਨਹੀਂ ਨਹੀਂ ਮੈਂ ਚਮਚ ਸੇ खाता हूँ। ਮੈਂ ਜਨਾਬ ਉਹਨੂੰ ਫਿਰ ਚਮਚ ਵੀ ਮੁਹੱਈਆ ਕੀਤਾ। ਇੱਕ ਬੰਦਾ ਚੜਿਆ ਤੇ ਉਹ ਘੋਟੇ ਉੱਤੋਂ ਸੱਟਣ ਡਿਆ ਪਿਆ ਤੇ ਮੈਂ ਦੇਖਿਆ ਕਿ ਇਹ ਘੋਟੇ ਕਿਉਂ ਸੱਟਦਾ ਪਿਆ। ਇਹ ਇੱਕਦਮ ਕਨਾਤਾਂ ਪਾੜ ਗਈਆਂ ਸਾਡੀਆਂ ਜਿਹੜੀਆਂ ਆਹ ਪਾਰਟੀਸ਼ਨ ਵਾਸਤੇ ਲਾਈਆਂ ਹਨ ਔਰਤਾਂ ਤੇ ਮਰਦਾਂ ਵਾਸਤੇ। ਬੱਚੀ ਆਪਣੇ ਘਰ ਚਲੀ ਗਈ ਔਰ ਲੜਕਾ ਆਪਣੇ ਘਰ ਚਲਾ ਗਿਆ। ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ 'ਚ ਸੁਲ੍ਹਾ ਨਾ ਹੋਈ। ਇੰਨਾ ਕੁਝ ਕਰਨ ਦੇ ਬਾਵਜੂਦ ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਆਮੀਨ ਸੁਮ ਆਮੀਨ। ਦੋਸਤੋ ਅੱਜ ਮੈਂ ਆਪਣੇ ਮੁਆਸ਼ਰੇ ਦੇ ਹਾਲਾਤ ਦੇ ਮੁਤਾਬਕ ਇੱਕ ਤੁਹਾਡੇ ਨਾਲ ਮਸਲੇ ਦੇ ਉੱਤੇ ਗੁਫ਼ਤਗੂ ਕਰਨੀ ਚਾਹ ਰਿਹਾ। ਇਸ ਵੀਡੀਓ ਨੂੰ ਆਖਰ ਤੱਕ ਦੇਖਿਆ ਜੇ। ਚੈਨਲ ਤੇ ਨਵੇਂ ਆਉਣ ਵਾਲੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਉਹ ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਿਆ ਜੇ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਆ ਜੇ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਅਕਸਰ ਲਫ਼ਜ਼ ਸਾਨੂੰ ਇੱਕ ਮੁਆਸ਼ਰੇ 'ਚ ਸੁਣਨ ਨੂੰ ਮਿਲਦਾ ਸ਼ਰੀਕਾ। ਸ਼ਰੀਕਾ ਕੀ ਹੈ ਔਰ ਲੋਕੀ ਕਿਸ ਤਰ੍ਹਾਂ ਵਿੱਢਦੇ ਨੇ ਔਰ ਕਿਸ ਤਰ੍ਹਾਂ ਸ਼ਰੀਕ ਬਣਦੇ ਨੇ ਔਰ ਉਹਦੇ ਨੁਕਸਾਨਾਤ ਕੀ ਨੇ, ਉਹਦੇ ਉੱਤੇ ਥੋੜ੍ਹੀ ਜਿਹੀ ਮੈਂ ਰੋਸ਼ਨੀ ਪਾਣੀ ਚਾਹ ਰਿਹਾ। ਮੈਂ ਲੜਕਪਨ ਦੇ ਵਿੱਚ ਕਰਾਚੀ ਸ਼ਹਿਰ ਗਿਆ ਤੇ ਉੱਥੇ ਮੈਂ ਮਜਬੂਰਨ ਹਾਲਾਤ ਦੇ ਮੁਤਾਬਕ ਮੈਨੂੰ ਰਿਹਾਇਸ਼ ਜਿਹੜੀ ਹੈ ਨਾ ਉਹ ਇੱਕ ਸ਼ਾਦੀ ਹਾਲ ਦੇ ਵਿੱਚ ਰੱਖਣੀ ਪਈ। ਔਰ ਅਕਸਰ ਜਿਹੜੇ ਪ੍ਰੋਗਰਾਮ ਹੁੰਦੇ ਹਨ ਸ਼ਾਦੀਆਂ ਦੇ, ਵਿਆਹਾਂ ਦੇ ਜਾਂ ਮੰਗਣੀਆਂ ਦੇ, ਉਹ ਮੈਂ ਪ੍ਰੋਗਰਾਮ ਵੇਖਦਾ ਹੁੰਦਾ ਹਾਂ ਕਿਉਂਕਿ ਉੱਥੇ ਉਸ ਵਕਤ ਰਿਵਾਜ ਸੀ ਰਾਤ ਨੂੰ ਸ਼ਾਦੀ ਕਰਨ ਦਾ, ਸ਼ਾਮ ਤੋਂ ਬਾਅਦ। ਕਿਉਂਕਿ ਸਾਰਾ ਦਿਨ ਲੋਕੀ ਮਸਰੂਫ ਰਹਿੰਦੇ ਹਨ ਆਪਣੇ ਕੰਮਾਂ ਕਾਜਾਂ 'ਚ ਤੇ ਰਾਤ ਨੂੰ ਸ਼ਾਦੀ ਕੀਤੀ ਜਾਂਦੀ ਸੀ। ਇੱਕ ਦਿਨ ਇੱਕ ਪ੍ਰੋਗਰਾਮ ਸੀ ਤੇ ਮੈਂ ਉਸ ਦਿਨ ਦੁਕਾਨ 'ਤੇ ਛੁੱਟੀ ਦੀ ਵੀ ਸੀ, ਦੁਕਾਨ ਰੱਖੀ ਸੀ ਮੈਂ ਆਪਣੀ ਦਰੀਆਂ ਦੀ ਉੱਥੇ। ਉਹ ਛੁੱਟੀ ਦੇ ਹਿਸਾਬ ਦੇ ਨਾਲ ਮੈਂ ਉਸ ਦਿਨ ਜ਼ਰਾ ਜਲਦੀ ਚਲਾ ਗਿਆ। ਫਾਰਗ ਵਕਤ ਸੀ ਤੇ ਘੁੰਮ ਫਿਰ ਕੇ ਸੈਰ ਕਰੀ ਦੀ ਸੀ ਅਕਸਰ ਛੁੱਟੀ ਵਾਲੇ ਦਿਨ। ਤੇ ਸ਼ਾਦੀ ਹਾਲ 'ਤੇ ਜਦੋਂ ਵਾਪਸ ਜਲਦੀ ਚਲਾ ਗਿਆ ਤੇ ਜਿਹੜਾ ਅਸੀਂ ਸ਼ਾਦੀ ਜਿਨ੍ਹਾਂ ਦੀ ਸੀ, ਜਿਨ੍ਹਾਂ ਦੀ ਬੱਚੀ ਦੀ ਸ਼ਾਦੀ ਸੀ, ਬੱਚੀ ਦਾ ਵਾਲਦ ਮੇਰੇ ਕੋਲ ਦਫ਼ਤਰ ਵਿੱਚ ਆਇਆ ਤੇ ਮੇਰੇ ਅੱਗੇ ਹੱਥ ਜੋੜ ਕੇ ਮੈਨੂੰ ਕਹਿੰਦਾ ਕਿ ਯਾਰ ਇੱਥੇ ਸਾਡਾ ਸ਼ਰੀਕਾ ਬੜਾ ਸਖਤ ਹੈ, ਸਾਡੇ ਰਿਸ਼ਤੇਦਾਰ ਜਿਹੜੇ ਨਾ ਬੜੇ ਸਖਤ ਨੇ ਔਰ ਉਹਨਾਂ ਦੀ ਹਰ ਮੁਮਕਿਨ ਕੋਸ਼ਿਸ਼ ਹੋਣੀ ਹੈ ਕਿ ਉਹ ਕੋਈ ਨਾ ਕੋਈ ਮਸਲਾ ਪੈਦਾ ਕਰਨ ਤੇ ਲਿਹਾਜ਼ਾ ਮੇਰੀ ਇੱਜ਼ਤ ਵੱਲ ਵੇਖਿਆ ਜੇ ਕਿ ਕੋਈ ਮਸਲਾ ਨਾ ਪੈਦਾ ਹੋਣ ਦਿਆ ਜੇ। ਤੇ ਮੈਂ ਉਹਨਾਂ ਨੂੰ ਕਿਹਾ ਕਿ ਮਸਲਨ ਕਿਸ ਤਰ੍ਹਾਂ ਦਾ। ਉਹਨੇ ਆਖਿਆ ਜਦੋਂ ਖਾਣਾ ਖਾਧਾ ਜਾਣਾ ਕਈਆਂ ਨੇ ਉੱਥੇ ਖਾਣੇ ਦਾ ਬਹਾਨਾ ਕਰਨਾ ਹੈ ਕਿ ਚੰਗਾ ਨਹੀਂ ਜਾਂ ਮਿਲਦਾ ਨਹੀਂ ਤੇ ਇਸ ਤਰ੍ਹਾਂ ਦੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਨੇ ਤੇ ਉਹਨਾਂ ਦੇ ਉੱਤੇ ਤਵੱਜੋ ਕਰਿਆ ਜੇ ਕੋਈ ਪਲੇਟ ਇੱਕ ਦੋ ਘੱਟ ਵੱਧ ਗਈ ਤੇ ਉਹਦਾ ਵੀ ਖਿਆਲ ਰੱਖਿਆ ਜੇ। ਕਿਉਂਕਿ ਉਸ ਵਕਤ ਅਸੀਂ ਬੰਦੇ ਜਿਹੜੇ ਗਿਣਦੇ ਸਾਂ ਨਾ ਕਿ ਕਿੰਨੀ ਤਦਾਦ ਦੀ ਬੁਕਿੰਗ ਹੈ ਤੇ ਉਹ ਉਨੀਆਂ ਅਸੀਂ ਵੱਡੀ ਪਲੇਟਾਂ ਨੂੰ ਗਿਣ ਕੇ ਦੇ ਦਿੰਦੇ ਹਾਂ ਪਾਰਟੀ ਨੂੰ ਕਿ ਇਹ ਤੁਸੀਂ 200 ਦੀ ਅਗਰ ਬੁਕਿੰਗ ਕਰਾਈ ਹੈ ਜਾਂ 400 ਦੀ ਹੈ ਤੇ ਇਹ ਪਲੇਟਾਂ ਨੇ ਇਹ ਉਹ ਜਿੰਨੀਆਂ ਲੱਗਦੀਆਂ ਹਨ ਅਗਰ ਮੁੱਕ ਜਾਂਦੀਆਂ ਹਨ ਉਹਨਾਂ ਕੋਲ ਪਲੇਟਾਂ ਤੇ ਉਹ ਅਜ਼ਾਫੀ ਫਿਰ ਅਸੀਂ ਪਲੇਟਾਂ ਹੋਰ ਗਿਣ ਕੇ ਦੇ ਦਿੰਦੇ ਹਾਂ, ਉਹ ਅਜ਼ਾਫੀ ਹੋ ਜਾਂਦੀਆਂ ਹਨ। ਤੇ ਮੇਰੀ ਆਦਤ ਸੀ ਕਿ ਮੈਂ ਬੁਰਚੀ ਦੇ ਕੋਲ ਜਿਹੜਾ ਨਾ ਬੈਠਦਾ ਹੁੰਦਾ ਸਾਂ, ਕੁਰਸੀ ਰੱਖ ਕੇ ਬਹਿ ਜਾਣਾ ਔਰ ਧਿਆਨ ਰੱਖਣਾ ਕੰਮ ਦਾ ਕਿ ਕੋਈ ਕਮੀ ਬੇਸ਼ੀ ਨਾ ਹੋਵੇ। ਲੇਕਿਨ ਉਸ ਦਿਨ ਤੇ ਉਹਨਾਂ ਨੇ ਭਾਈਅਰਾਂ ਨੇ ਜਿਨ੍ਹਾਂ ਦੀ ਬੱਚੀ ਦੀ ਸ਼ਾਦੀ ਸੀ ਉਹਨਾਂ 'ਤੇ ਰਿਕੁਐਸਟ ਕੀਤੀ ਸੀ, ਇਸ ਲਈ ਬੜਾ ਜ਼ਰੂਰੀ ਸੀ ਧਿਆਨ ਰੱਖਣਾ ਔਰ ਤਵੱਜੋ ਵੀ ਸੀ। ਮੈਂ ਦੇਖਿਆ ਕਿ ਮੇਰੇ ਕੋਲ ਨਾ ਇੱਕ ਬੰਦਾ ਖੜਿਆ ਰਹਿ ਗਿਆ ਔਰ ਖਾਣਾ ਸ਼ੁਰੂ ਹੋ ਗਿਆ ਜਿਸ ਵਕਤ ਉਸ ਵਕਤ ਦੀ ਮੈਂ ਗੱਲ ਸੁਣਾ ਰਿਹਾ। ਤੇ ਉਹਨੂੰ ਮੈਂ ਪੁੱਛਿਆ कि भाईजान क्या बात है। तो उन्हें अगों बेख्तियार कहा भाईजान यहाँ पे तो खाना ही नहीं मिल रहा, क्या करें। मैं सोचा कि वो बंदे ने जी गल की लगता है हो सकता है ये भी उस नीयत का बंदा हो कि इन्हें कोई लुच तलना हो। मैं उन्होंने ना कोलों प्लेट दे दी अलमारी के विचों कढ़ के ना कि मैं भाई साहब ए प्लेट लवो तुसी ते खाना खाओ। वो प्लेट फड़ के ना फिर खलो रहा। फिर मैं उन्होंने पूछा दोबारा कि भाईजान आप क्या हुआ है, खाना क्यों नहीं खा रहे आप। खाना मिल ही नहीं रहा, कहाँ से खाएं। वो मैं फिर वो बुरची को खाना भी पवा दिता, हालांकि उत्थे असूल नहीं सी कि बुरची को कोई खाना लवे। बुरची परातां च खाना पा के दिंदा सी ते मैं बुरची नूं कहा यार इन्हां ना खाना पा दिओ। बुरची ने खाना पा दिता। फिर वो खाना लैके उत्थे ना बिरयानी ज़्यादा बछीए दी ना पकदी सी, उहनूं ज़्यादा अच्छी डिश समझिया जांदा सी उस वक्त। हुण दा तां पता नहीं, हो सकदा हुण होर कई डिशां बन गईयां होण जिस वक्त दी मैं गल सुणा रिहां। ते ओह जनाब
ਉਹ ਫਿਰ ਖੜਾ ਰਿਹਾ, ਤੇ ਮੈਂ ਉਹਨੂੰ ਪੁੱਛਿਆ ਹੁਣ ਕੀ ਹੋਇਆ, ਖਾਣਾ नहीं खाते पे? यार क्या बताएं आपको, ये सारे आपने चावल डाल दिए, इसमें बोटी तो है नहीं। ओहो, मैं क्या ਇਹ ਬੰਦਾ ਦੇ ਦੇਣਾ ਨਾ ਬੜਾ ਸਖਤ ਹੈ, ਇਹਦੀ ਤੇ ਹਰ ਮੁਮਕਿਨ ਕੋਸ਼ਿਸ਼ ਹੈ ਕਿ ਮੈਂ ਉਹਨਾਂ ਦੀ ਬੇਇੱਜ਼ਤੀ ਕਰਾਂ। ਮੈਂ ਉਹਨੂੰ ਜਨਾਬ ਬੋਟੀਆਂ ਪਵਾ ਦਿੱਤੀਆਂ, ਹੋਰ ਜ਼ਿਆਦਾ ਪਵਾ ਦਿੱਤੀਆਂ, ਚਾਵਲ ਘੱਟ ਤੇ ਬੋਟੀਆਂ ਜ਼ਿਆਦਾ, ਇੰਜ ਮੈਂ ਕਰ ਦਿੱਤਾ। ਉਹ ਫੇਰ ਖੜਾ ਰਿਹਾ। ਉਹਨੂੰ ਮੈਂ ਪੁੱਛਿਆ ਕਿ ਭਾਈਜਾਨ ਅਬ ਕਿਆ ਹੁਆ ਹੈ? ਤੇ ਉਹ ਕਹਿੰਦਾ ਯਾਰ ਅਬ ਕਿਆ ਹੋਣਾ ਹੈ, ਚਮਚ ਹੀ ਨਹੀਂ ਸਾਲਾ ਮਿਲਦਾ। ਉਹ ਮੈਂ ਆਖਿਆ ਯਾਰ ਇੱਥੇ ਤੇ ਲੋਕੀ ਸਾਰੇ ਖਾਣਾ ਜਿਹੜਾ ਨਾ ਹੱਥਾਂ ਨਾਲ ਖਾਂਦੇ ਨੇ ਪਏ, ਤੇ ਚਮਚ ਦੀ ਤਾਂ ਗੱਲ ਹੀ ਨਹੀਂ ਹੋਈ, ਤੇ ਨਾ ਚਮਚ ਇੱਥੇ ਲੋਕੀ ਲੈਂਦੇ ਨੇ। ਨਹੀਂ ਨਹੀਂ ਮੈਂ ਚਮਚ ਸੇ ਖਾਤਾ ਹੂੰ। ਮੈਂ ਜਨਾਬ ਉਹਨੂੰ ਫਿਰ ਚਮਚ ਵੀ ਮੁਹੱਈਆ ਕੀਤਾ, ਤੇ ਉਹ ਉਸ ਦੇ ਬਾਵਜੂਦ ਫਿਰ ਖੜਾ ਰਿਹਾ। ਤੇ ਮੈਂ ਹੁਣ ਕੀ ਮਸਲਾ ਹੀ, ਜਦੋਂ ਤੈਨੂੰ ਹਰ ਚੀਜ਼ ਦੇ ਦਿੱਤੀ ਹੈ, ਖਾਣਾ ਦੇ ਦਿੱਤਾ, ਬੋਟੀਆਂ ਦੇ ਦਿੱਤੀਆਂ, ਚਮਚ ਦੇ ਦਿੱਤਾ, भाई कोई बैठने की जगह ही नहीं। हालांकि लोग खलो के रोटी खा रहे सन, तो मैं फिर उन्होंने अपने वाली कुर्सी दी, तो मैं अंदाज़ा लाया कि वो बंदे ने जोड़े हथ जोड़े हैं ना शुरू जी, कि मेरी इज्जत का ख्याल रखा जे। वो गल उन्हें सही की कि बंदे ने ना हार बहाना पाने की कोशिश की है कि वो किस तरीके बिस्सी हो, लेकिन असी यदा कोई बहाना चलन नहीं दिता। तो साडा जहन मुतमिन सी, एक प्लेट ना की हुंदा है, एक प्लेट का की मसला। उस वक्त 4-5 रुपए की तो प्लेट सी एक पर हैड के हिसाब नाल बुक हुंदी, ते 5 रुपए पर हैड के हिसाब नाल। ते जनाब असी ना उसदी हर मुमकिन कोशिश की कि उन्होंने खाना खवाया, उन्होंने राजी रखा, बंदे नूं उन्होंने कोई इंतशार ना पान दिता, कोशिश की क्योंकि बंदे दसे असी। उस तो बाद देखने आ के खाना शुरू हो गया औरतों का, वक्री वक्री शिफ्ट च खाना लगता सी। ते ਉਹ ਜਦੋਂ ਜਿਸ ਤਰ੍ਹਾਂ ਹੀ ਖਾਣਾ ਸ਼ੁਰੂ ਹੋਇਆ ਨਾ ਔਰਤਾਂ ਦਾ, ਤੇ ਇੱਕਦਮ ਜਿਹੜਾ ਨਾ ਉਹਦਾ ਮੱਚ ਗਿਆ, ਰੌਲਾ ਪੈ ਗਿਆ, ਸ਼ੋਰ ਹੋ ਗਿਆ। ਅਸੀਂ ਜਿਹੜੀ ਜਗ੍ਹਾ ਕਿਚਨ ਸੀ ਸਾਡਾ, ਉਹਦੀ ਛੱਤ ਦੇ ਉੱਤੇ ਨਾ ਹਲੀਮ ਘੋਟੇ ਨਾਲ ਘੋਟੇ ਪਏ ਸਨ ਬੜੇ ਜ਼ਿਆਦਾ। ਇੱਕ ਬੰਦਾ ਚੜਿਆ ਤੇ ਉਹ ਘੋਟੇ ਉੱਤੋਂ ਸੱਟਣ ਦਾ ਪਿਆ, ਤੇ ਮੈਂ ਦੇਖਿਆ ਕਿ ਇਹ ਘੋਟੇ ਕਿਉਂ ਸੱਟਦਾ ਪਿਆ। ਉਹ ਇੱਕਦਮ ਕਨਾਤਾਂ ਪਾੜ ਗਈਆਂ ਸਾਡੀਆਂ, ਜਿਹੜੀਆਂ ਪਾਰਟੀਸ਼ਨ ਵਾਸਤੇ ਲਾਈਆਂ ਹਨ ਔਰਤਾਂ ਤੇ ਮਰਦਾਂ ਵਾਸਤੇ। ਉਹ ਦੇਖਿਆ ਕਿ ਬੜੀ ਲੜਾਈ ਜ਼ਿਆਦਾ ਹੋ ਰਹੀ ਹੈ, ਕਈਆਂ ਬੰਦਿਆਂ ਦੇ ਕੱਪੜੇ ਲਾਲ ਹੋ ਗਏ, ਮਤਲਬ ਸਿਰ ਪਾੜ ਗਏ, ਹੋਰ ਕਈ ਕਿਸਮ ਦਾ ਨੁਕਸਾਨ ਹੋਇਆ। ਤੇ ਵਜ੍ਹਾ ਪਤਾ ਕੀਤੀ, ਤੇ ਵਜ੍ਹਾ ਪਤਾ ਲੱਗਾ ਜਨਾਬ ਉਹ ਨਾ ਮੂਵੀ ਦੀ ਵਜ੍ਹਾ ਤੋਂ ਲੜ ਪਏ ਨੇ, ਕਿ ਕੁੜੀ ਵਾਲਿਆਂ ਦੇ ਮਹਿਮਾਨ ਜਿਹੜੇ ਨਾ ਮੂਵੀ ਬਹਿ ਕੇ ਬਣਾਈ ਜਾ ਰਹੇ ਸਨ, ਤੇ ਮੁੰਡੇ ਵਾਲਿਆਂ ਦੇ ਨੂੰ ਨੇੜੇ ਨਹੀਂ ਹਨ ਲੱਗਣ ਦਿੰਦੇ ਪਏ। ਉਹ ਇਹ ਗੱਲ ਤਨਾਜ਼ਾ ਬਣੀ। ਅਸੀਂ ਫਿਰ ਉਸ ਵਕਤ ਦੇ ਜਿਹੜੀ ਇੰਤਜ਼ਾਮੀਆ ਸੀ ਸਰਕਾਰੀ, ਉਹਨੂੰ ਬੁਲਾ ਕੇ ਉਹਦੀ ਮਦਾਹਤ ਦੇ ਨਾਲ ਉਹ ਲੜਾਈ ਖਤਮ ਕਰਾਈ। ਲੇਕਿਨ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਬੱਚੀ ਵਸ ਨਾ ਸਕੀ, ਬੱਚੀ ਆਪਣੇ ਘਰ ਚਲੀ ਗਈ ਔਰ ਲੜਕਾ ਆਪਣੇ ਘਰ ਚਲਾ ਗਿਆ। ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ 'ਚ ਸੁਲ੍ਹਾ ਨਾ ਹੋਈ। ਇੰਨਾ ਕੁਝ ਕਰਨ ਦੇ ਬਾਵਜੂਦ ਤੇ ਦੋਸਤੋ ਇਹ ਮਾਹੌਲ ਉੱਥੇ ਵੀ ਚੱਲਦਾ ਜੇ, ਇਸ ਹਾਲ ਹੀ ਸਾਡੇ ਇਲਾਕੇ 'ਚ ਨਹੀਂ ਜੇ। ਤੇ ਹਾਲਾਂਕਿ ਰਿਸ਼ਤੇਦਾਰੀਆਂ ਕਰਨ ਦਾ ਤੇ ਮਕਸਦ ਇਹ ਹੋਵੇ ਨਾ ਕਿ ਇੱਕ ਦੂਜੇ ਦੀ ਇੱਜ਼ਤ ਦਾ ਖਿਆਲ ਰੱਖਿਆ ਜਾਏ, ਇੱਕ ਦੂਜੇ ਦੀ ਇੱਜ਼ਤ ਦੇ ਭਾਈਵਾਲ ਬਣੀਏ। ਲੇਕਿਨ ਸਾਡੇ 'ਚ ਹੋ ਸਕਦਾ ਇਨਸਾਨੀਅਤ ਮੁੱਕ ਗਈ ਜੇ ਸਾਡੇ ਮੁਆਸ਼ਰੇ ਦੇ ਵਿੱਚ, ਤੇ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ। ਦੋਸਤੋ ਇਹਨਾਂ ਗੱਲਾਂ ਦੇ ਉੱਤੇ ਸੋਚਿਆ ਜੇ ਜ਼ਰੂਰ ਹੈ, ਔਰ ਕਮੈਂਟ ਸੈਕਸ਼ਨ ਵਿੱਚ ਇੱਕ ਕਮੈਂਟ ਲਾਜ਼ਮੀ ਦਿਆ ਜੇ। ਜਿਉਂਦੇ ਰਹੋ, ਵਸਦੇ ਰਹੋ, ਅੱਲਾ ਨਹੀਂ ਕਹਿੰਦਾ। ਕਵੇ ਬੜੇ ਬੋਲਦੇ ਜੇ ਪਏ, ਇਹਨਾਂ ਦੀ ਆਵਾਜ਼ ਵੀ ਤੁਸੀਂ ਸੁਣ ਲਵੋ।